Hello and welcome back, students. Today I came with another lecture from Introduction to Partnership Firm of Class Plus 2. Topic is Questions on Interest on Drawing. ਰਾਈਟ ਅੱਜ ਮੈਂ ਤੁਹਾਡੇ ਲਈ ਕੁਝ ਕੁਐਸਚਨਸ ਲੈ ਕੇ ਆਇਆ ਇੰਟਰਸਟ ਔਨ ਡਰਾਇੰਗ ਦੇ ਮੈਥਡਸ ਆਪਾਂ ਸਾਰਿਆਂ ਡਿਸਕਸ ਕਰ ਰੱਖੇ ਸੀ। ਕੁਝ ਪ੍ਰੋਬਲਮਸ ਆ ਰਹੀਆਂ ਸੀ ਤੁਹਾਨੂੰ ਕਿ ਐਵਰੇਜ ਪੀਰੀਅਡ ਕਿਵੇਂ ਲਗਾਉਣਾ ਹੈ ਕਿਸੇ ਮੈਥਡ ਦੇ ਅੰਦਰ, ਜਾਂ ਮੰਥਸ ਕੈਲਕੂਲੇਟ ਕਿਵੇਂ ਕਰਨੇ ਆ, ਜਾਂ ਡਰਾਇੰਗ ਦੇ ਅੱਗੇ ਪਰ ਮੰਥ ਲਿਖਿਆ ਹੋਇਆ ਨਹੀਂ ਲਿਖਿਆ ਹੋਇਆ, ਜਾਂ ਇੰਟਰਸਟ ਰੇਟ ਦੇ ਅੱਗੇ ਪਰ ਐਨਮ ਲਿਖਿਆ ਹੋਇਆ ਨਹੀਂ ਲਿਖਿਆ ਹੋਇਆ, ਅਸੀਂ ਉਹ ਸਾਰੀਆਂ ਪ੍ਰੋਬਲਮਸ ਨੂੰ ਟੈਕਲ ਕਿਵੇਂ ਕਰਨਾ। ਅੱਜ ਮੈਂ ਉਹ ਸਾਰੇ ਨੰਬਰ ਆਫ ਪ੍ਰੋਬਲਮਸ ਦੇ ਲਈ ਤੁਹਾਡੇ ਕੋਲ ਕੁਝ ਨੂਮੈਰੀਕਲ ਕੁਐਸਚਨਸ ਲੈ ਕੇ ਆਇਆ। ਸੋ ਡਿਸਕਸ ਕਰਦੇ ਹਾਂ ਆਪਾਂ ਅੱਜ। ਦੇਖੋ ਕੁਝ ਕਾਮਨ ਚੀਜ਼ਾਂ ਜੋ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਕਿ ਮੈਥਡਸ ਅਸੀਂ ਕਿਵੇਂ ਲਗਾਉਣੇ ਆ। ਉਹ ਮੈਥਡਸ ਸਾਨੂੰ ਦਿੱਤੇ ਗਏ। ਫਸਟ ਇਜ਼ ਮੈਨੂਅਲ ਮੈਥਡ, ਜਿੱਥੇ ਕਿ ਲਿਖਿਆ ਗਿਆ ਸੀ ਮੈਨੂਅਲ ਮੈਥਡ। ਇਹ ਲੱਗਦੇ ਕਦੋਂ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ। ਮੈਂ ਸਟਾਰਟਿੰਗ 'ਚ ਦੱਸਿਆ ਸੀ ਤੁਹਾਨੂੰ ਕਿ ਜਦੋਂ ਅਸੀਂ ਡਰਾਇੰਗਸ ਵਿਦਡਰਾ ਕਰਦੇ ਹਾਂ ਅਮਾਊਂਟ ਅਲੱਗ-ਅਲੱਗ ਹੁੰਦੀ ਆ, ਟਾਈਮ ਫੈਕਟਰ ਜਿਹੜਾ ਹੈ ਉਹ ਵੀ ਅਲੱਗ-ਅਲੱਗ ਇੰਟਰਵਲ 'ਤੇ ਆਉਂਦਾ, ਤਾਂ ਅਸੀਂ ਮੈਨੂਅਲ ਮੈਥਡ ਜਾਂ ਅਸੀਂ ਪ੍ਰੋਡਕਟ ਮੈਥਡ ਦੋਨਾਂ 'ਚੋਂ ਕੋਈ ਵੀ ਮੈਥਡ ਯੂਜ਼ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਇੱਕ ਡਰਾਇੰਗ ਅਪ੍ਰੈਲ 'ਚ ਨਿਕਲ ਰਹੀ ਹੈ, 5000 ਨਿਕਲ ਰਹੀ ਹੈ, ਫਿਰ 2 ਮਹੀਨੇ ਦੇ ਗੈਪ ਨਾਲ 10,000 ਰੁਪਏ ਕਢਾ ਲਿਆ, ਇਟ ਮੀਨਸ ਅਮਾਊਂਟ ਡਿਫਰ ਹੋ ਗਈ। ਫਿਰ 3 ਮਹੀਨੇ ਦੇ ਗੈਪ ਦੇ ਨਾਲ ਜਿਹੜਾ 5000 ਦੁਬਾਰਾ ਕਢਾਇਆ। ਹੁਣ ਇੱਥੇ ਕੀ ਹੈ, ਪਹਿਲਾਂ 2 ਮਹੀਨੇ ਦਾ ਗੈਪ ਪਿਆ, ਹੁਣ 3 ਮਹੀਨੇ ਦਾ ਪੈ ਗਿਆ। ਇਟ ਮੀਨਸ ਟਾਈਮ ਇੰਟਰਵਲ ਵੀ ਕੀ ਹੈ, ਉਹਦਾ ਗੈਪ ਪ੍ਰੋਪਰ ਨਹੀਂ ਹੈ। ਤਾਂ ਉੱਥੇ ਅਸੀਂ ਜਾਂ ਤਾਂ ਮੈਨੂਅਲ ਮੈਥਡ ਲਗਾ ਸਕਦੇ ਹਾਂ ਜਾਂ ਅਸੀਂ ਪ੍ਰੋਡਕਟ ਮੈਥਡ ਲਗਾ ਸਕਦੇ ਹਾਂ। ਜਿਵੇਂ ਲਿਖਿਆ ਤੁਸੀਂ ਇੰਟਰਸਟ ਰੇਟ ਇੱਥੋਂ ਦੇਖ ਸਕਦੇ ਹੋ ਕਿ ਕਿਵੇਂ ਲਗਾਉਣੀ ਹੈ। ਟੋਟਲ ਅਮਾਊਂਟ ਆਫ ਡਰਾਇੰਗਸ ਜਿੰਨੀ ਨਿਕਲੀ ਹੈ, ਇਹ ਇਕੱਲੇ ਵਾਸਤੇ ਹੈ। ਇੰਡੀਵਿਜੂਅਲ ਵਾਸਤੇ ਅਸੀਂ ਇਹ ਮੈਥਡ ਲਗਾ ਸਕਦੇ ਹਾਂ, ਜਿੱਥੇ ਅਸੀਂ ਇੰਡੀਵਿਜੂਅਲ ਜਿਹੜਾ ਹੈ ਕੈਲਕੂਲੇਟ ਕਰਨਾ, ਉੱਥੇ ਅਸੀਂ ਇਸ ਮੈਥਡ ਨੂੰ ਯੂਜ਼ ਕਰ ਸਕਦੇ ਹਾਂ। ਲੇਕਿਨ ਜਿੱਥੇ ਅਸੀਂ ਸਾਰੀਆਂ ਡਰਾਇੰਗਸ ਨੂੰ ਲੈ ਕੇ ਚੱਲਣਾ ਹੈ, ਜਿੰਨੀਆਂ ਵੀ ਨੰਬਰ ਆਫ ਡਰਾਇੰਗਸ ਕਢਾਈਆਂ ਹੋਣਗੀਆਂ, ਤਾਂ ਉੱਥੇ ਅਸੀਂ ਪ੍ਰੋਡਕਟ ਮੈਥਡ ਜਿਹੜਾ ਹੈ ਯੂਜ਼ ਕਰ ਸਕਦੇ ਹਾਂ। ਸਪੈਸ਼ਲ ਮੈਥਡ ਜਾਂ ਸਪੈਸੀਫਿਕ ਮੈਥਡ, ਇਸ ਨੂੰ ਅਸੀਂ ਉੱਥੇ ਯੂਜ਼ ਕਰਦੇ ਹਾਂ ਜਿੱਥੇ ਨੰਬਰ ਆਫ ਡਰਾਇੰਗਸ ਜਿਹੜੀਆਂ ਨੇ ਉਹਦਾ ਇੰਟਰਵਲ ਗੈਪ ਜਿਹੜਾ ਹੈ ਉਹ ਪ੍ਰੋਪਰ ਹੈ, ਲਗਾਤਾਰ ਇੱਕੋ ਹੀ ਗੈਪ 'ਚ ਡਰਾਇੰਗ ਨਿਕਲ ਰਹੀ ਹੈ, ਔਰ ਅਮਾਊਂਟ ਜਿਹੜੀ ਹੈ ਉਹ ਵੀ ਕੀ ਹੈ, ਇਕੁਐਲਿਟੀ 'ਚ ਹੈ, ਸੇਮ ਅਮਾਊਂਟ ਨਿਕਲ ਰਹੀ ਹੈ। ਉੱਥੇ ਅਸੀਂ ਇਹ ਲਾਸਟ ਮੈਥਡ ਜਿਹੜਾ ਹੈ ਸਾਡਾ ਯੂਜ਼ ਕਰ ਸਕਦੇ ਹਾਂ। ਐਵਰੇਜ ਪੀਰੀਅਡ ਨੂੰ ਫਾਈਂਡ ਆਊਟ ਕਰਨਾ ਹੈ, ਤਾਂ ਐਵਰੇਜ ਪੀਰੀਅਡ ਅਸੀਂ ਕੀ ਲਿਖਿਆ ਸੀ, ਟਾਈਮ ਲੈਫਟ ਆਫਟਰ ਫਸਟ ਵਿਡਰਾਲ। ਹੁਣ ਅਸੀਂ ਇੱਥੇ ਕਨਫਿਊਜ਼ ਹੋ ਰਹੇ ਹਾਂ ਕਿ ਟਾਈਮ ਲੈਫਟ ਦਾ ਇੱਥੇ ਕੀ ਮਤਲਬ ਹੈ। ਹੁਣ ਦੇਖੋ, ਟਾਈਮ ਲੈਫਟ ਸ਼ੈਲ ਕਾਊਂਟ ਕਰਨਾ ਹੈ ਟਿਲ ਦੀ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ। 31 ਮਾਰਚ ਅਗਰ ਸਾਡਾ ਫਾਈਨੈਂਸ਼ੀਅਲ ਈਅਰ ਆ ਤਾਂ ਉੱਥੇ ਤੱਕ ਅਸੀਂ ਇਸ ਟਾਈਮ ਨੂੰ ਕਾਊਂਟ ਕਰਨਾ ਹੈ। ਸ਼ੁਰੂਆਤ ਕਿੱਥੋਂ ਕਰਨੀ ਹੈ, ਫਰੋਮ ਦਾ ਡੇ ਆਫ ਫਸਟ ਵਿਡਰਾਲ, ਜਿਸ ਦਿਨ ਉਸਨੇ ਪਹਿਲੀ ਵਿਡਰਾਲ ਕਢਾਈ। ਜੇ ਕੁਆਟਰਲੀ ਹੈ ਤਾਂ ਪਹਿਲੀ ਵਾਰ ਕਦੋਂ ਕਢਵਾਈ ਹੈ, ਉੱਥੋਂ ਸ਼ੁਰੂ ਕਰਕੇ ਅਸੀਂ 31 ਮਾਰਚ ਤੱਕ ਲੈ ਜਾਣਾ। ਔਰ ਜਿਹੜਾ ਕਿ ਇੱਥੇ ਅਸੀਂ ਲੈ ਰਹੇ ਹਾਂ ਟਾਈਮ ਲੈਫਟ, ਇਹ ਕੀ ਹੈ ਕਿ ਜਦੋਂ ਲਾਸਟ ਵਿਡਰਾਲ ਉਸਨੇ ਕਢਵਾਈ ਹੈ, ਤਾਂ ਲਾਸਟ ਵਿਡਰਾਲ ਜੇ ਉਹ ਮੰਥਲੀ ਕਢਵਾ ਰਿਹਾ ਤਾਂ ਲਾਸਟ ਮੰਥ ਕਿਹੜਾ ਹੈ, ਉਦੋਂ ਡਰਾਇੰਗ ਉਸਨੇ ਕਦੋਂ ਕਢਾਈ, ਕਿਹੜੀ ਡੇਟ ਨੂੰ ਕਢਾਈ, ਉੱਥੋਂ ਲੈ ਕੇ 31 ਮਾਰਚ ਤੱਕ ਟਾਈਮ ਕਿੰਨਾ ਬਚਿਆ, ਉਹਨੂੰ ਅਸੀਂ ਇੱਥੇ ਕਾਊਂਟ ਕਰਨਾ ਹੈ। ਕਲੀਅਰ ਜੀ। ਅਸੀਂ ਇਹਨਾਂ ਦੇ ਹੁਣ ਕੁਐਸਚਨਸ ਦੇਖਦੇ ਹਾਂ। ਫਸਟ ਕੁਐਸਚਨ ਹੈ ਸਾਡਾ, ਇਹ ਵਿਡਰਾ ਕਰਦਾ ਹੈ 10,000 ਰੁਪੀਜ਼ ਕੀਤੇ ਉਸਨੇ, ਰੇਟ ਆਫ ਇੰਟਰਸਟ ਔਨ ਡਰਾਇੰਗ 10% ਲਿਖਿਆ। ਹੁਣ ਇਸ ਕੁਐਸਚਨ ਨੂੰ ਪਹਿਲਾਂ ਤਾਂ ਐਨਾਲਾਈਜ਼ ਕਰੀਏ ਕਿ ਟਾਈਮ ਆਫ ਵਿਡਰਾਲ ਇਜ਼ ਨਾਟ ਮੈਂਸ਼ਨ। ਪਹਿਲੀ ਚੀਜ਼ ਕੀ ਨਹੀਂ ਦਿੱਤੀ ਹੋਈ, ਟਾਈਮ ਆਫ ਵਿਡਰਾਲ ਕਦੋਂ ਕੀਤਾ ਨਹੀਂ ਪਤਾ ਸਾਨੂੰ। ਐਂਡ ਦਾ ਰੇਟ ਆਫ ਇੰਟਰਸਟ ਇਜ਼ ਨਾਟ ਚਾਰਜੇਬਲ ਔਨ ਪਰ ਐਨਮ ਬੇਸਿਸ। ਹੁਣ ਇਹ ਵੀ ਅਸੀਂ ਡਿਸਕਸ ਕੀਤਾ ਸੀ ਕਿ ਜੇਕਰ ਰੇਟ ਆਫ ਇੰਟਰਸਟ ਜਿਹੜਾ ਹੈ ਉਹ ਪਰ ਐਨਮ ਦੇ ਅਕੋਰਡਿੰਗ ਨਹੀਂ ਲੱਗਦਾ, ਤਾਂ ਅਸੀਂ ਕੀ ਕਰਨਾ, ਫਲੈਟ ਲਗਾ ਕੇ ਪੂਰੇ ਸਾਲ ਦੀ ਇੰਟਰਸਟ ਕੱਢ ਦੇਣਾ। ਇੰਟਰਸਟ ਕਿਵੇਂ ਨਿਕਲੂਗਾ, 10,000 ਮਲਟੀਪਲਾਈ 10/100। ਸਾਡਾ ਇੱਥੇ ਜੋ 1000 ਰੁਪਇਆ ਹੈ ਇਹੀ ਸਾਡਾ ਇੰਟਰਸਟ ਹੈ। ਇੱਥੇ ਜੋ ਇੰਪੋਰਟੈਂਟ ਚੀਜ਼ ਹੈ ਉਹ ਕੀ ਹੈ, ਟਾਈਮ ਫੈਕਟਰ ਸ਼ੈਲ ਨਾਟ ਕੰਸੀਡਰ ਇਨ ਦਿਸ ਸਿਚੁਏਸ਼ਨ। ਕਿਉਂ ਨਹੀਂ ਕਰਨਾ ਉਹ ਮੈਂ ਤੁਹਾਨੂੰ ਦੱਸ ਦਿੱਤਾ, ਕਿਉਂਕਿ ਇਹਦੇ ਪਿੱਛੇ ਜੋ ਹੈ ਪਰ ਐਨਮ ਨਹੀਂ ਲੱਗਿਆ ਹੋਇਆ, ਔਰ ਇਹਦੀ ਜੋ ਵਿਡਰਾਲ ਡੇਟ ਹੈ ਸਾਡੇ ਕੋਲ ਉਹ ਨਹੀਂ ਦਿੱਤੀ ਹੋਈ। ਦੇਖੋ, ਅਗਰ ਇੱਥੇ ਵਿਡਰਾਲ ਡੇਟ ਦਿੱਤੀ ਵੀ ਹੁੰਦੀ ਲੇਕਿਨ ਇੱਥੇ ਉਸਨੇ ਪਰ ਐਨਮ ਨਹੀਂ ਲਗਾਇਆ, ਤਦ ਵੀ ਅਸੀਂ ਮੈਥਡ ਇਸੇ ਤਰ੍ਹਾਂ ਹੀ ਯੂਜ਼ ਕਰਨਾ ਹੈ, ਕਿਉਂਕਿ ਇੱਥੇ ਸਾਨੂੰ ਪਰ ਐਨਮ ਚਾਹੀਦਾ। ਜੇ ਪਰ ਐਨਮ ਲਿਖਿਆ ਹੋਇਆ ਤਦ ਅਸੀਂ ਟਾਈਮ ਫੈਕਟਰ ਨੂੰ ਕੰਸੀਡਰ ਕਰਦੇ ਹਾਂ।
ਹੁਣ देखो नैक्सट क्वेश्चन बी ने विड्रॉल किया 10,000 ड्यूरिंग द ईयर। ਹੁਣ ਜਦੋਂ ਡਿਊਰਿੰਗ ਦ ਈਅਰ ਲਿਖ ਦਿੱਤਾ ਇਟ ਮੀਨ ਸਾਨੂੰ ਟਾਈਮ ਤਾਂ ਪਤਾ ਲੱਗ ਗਿਆ ਕਿ ਸਾਲ ਦੇ ਵਿਚਕਾਰ ਕਿਤੇ ਨਿਕਲਿਆ, ਲੇਕਿਨ ਐਗਜ਼ੈਕਟ ਡੇਟ ਨਾ ਹੋਣ ਕਰਕੇ ਅਸੀਂ ਇਸ ਨੂੰ ਕੀ ਮੰਨ ਕੇ ਚੱਲਦੇ ਹਾਂ, ਅਜ਼ਿਊਮ ਮਿਡਲ ਆਫ ਦ ਈਅਰ। ਅਸੀਂ ਇਸ ਨੂੰ ਸਾਲ ਦੇ ਵਿਚਕਾਰ ਮੰਨ ਕੇ ਚੱਲਦੇ ਹਾਂ। ਸੋ 6 ਮੰਥ ਅਸੀਂ ਇੱਥੇ ਕਾਊਂਟ ਕਰ ਲੈਂਦੇ ਹਾਂ। ਬਟ ਇੰਟਰਸਟ ਨਾਟ ਚਾਰਜ ਔਨ ਪਰ ਐਨਮ ਬੇਸਿਸ ਤੇ, ਇੰਟਰਸਟ ਫਿਰ ਇੱਥੇ ਪਰ ਐਨਮ ਬੇਸਿਸ ਤੇ ਜਿਹੜਾ ਹੈ ਚਾਰਜ ਨਹੀਂ ਕੀਤਾ ਜਾਂਦਾ। ਫਿਰ ਕੀ ਕਰਨਾ ਸੀ, ਫਲੈਟ ਇੰਟਰਸਟ ਜਿਹੜਾ ਹੈ ਉਹ ਦੁਬਾਰਾ कैलकुलेट कर देना। सो फ्लैट इंटरस्ट इत्थे फिर कितना बनूगा 10,000 मल्टीप्लाई 10/100 दैट इज इक्वल टू 1,000। टाइम फैक्टर शैल नॉट कंसीडर इन दिस सिचुएशन ऑल्सो, क्योंकि पर एनम बेसिस के उपर साडा इंटरस्ट नहीं लग रहा। क्लीयर जी। हुण थर्ड क्वेश्चन देखो, सी ने विड्रॉल किया 25,000 ऑन 1 अगस्त 2018। रेट ऑफ इंटरस्ट की है 10% पर एनम। हुण देखो इत्थे साडे कोल पर एनम आया, मतलब कि एनुअली 10,000 लगाना है, बट उन्हें कदों कढ़ाया 1 अगस्त नूं, तो इत्थे टाइम फैक्टर शैल कंसीडर सानू करना पऊगा। 1 अगस्त तो लैके 31 मार्च तक टाइम पीरियड काउंट करो, कितना बनता है वो साडे 8 मंथ बनते हैं। सो इत्थे दोनों चीज़ां सानू दित्तियां होईयां, टाइम ऑफ इंटरवल भी साडे कोल है, विड्रॉल कदों की गई, और इंटरस्ट भी साडा पर एनम बेसिस के उपर चार्ज किया जा रहा। सो 8 महीने का असी जो इत्थे इंटरस्ट है उन्होंने कैलकुलेट करांगे। 25,000 जिन्ना निकलिया मल्टीप्लाई 10/100 मल्टीप्लाई 8/12, साडा इंटरस्ट जो है अप्रॉक्सीमेटली ये अमाउंट जी है कैलकुलेट हो गई। क्लीयर जी। नैक्सट क्वेश्चन है डी विड्रॉल करता है 5,000 ऑन 1 अप्रैल, 8,000 1 अगस्त एंड 10,000 31 दिसंबर। रेट ऑफ इंटरस्ट इज 10% पर एनम। हुण देखो इत्थे साडे कोल की है, मंथ जिहड़े है उन्हां दा गैप, उन्हां दा इंटरवल जिहड़ा वो सेम नहीं है, और उस तो बाद की है जो अमाउंट निकल रही है वो भी सेम नहीं है। सो इत्थे स्पैसीफिक मैथड का लगन का कोई सवाल ही नहीं उठता। सानू लगाना पऊगा या तो मैनुअल मैथड या फिर प्रोडक्ट मैथड। लगा मैनुअल भी सकते हैं, लेकिन साडी कैलकुलेशन थोड़ी जी वध जाएगी। प्रोडक्ट मैथड ਨਾਲ ਸਾਡੀ कैलकुलेशन की है थोड़ी घट जाती है, ईजी ਹੁੰਦਾ मैथड ये। सो किस तरह लगाना है असी इसनों, देखो की लिखा इन दिस क्वेश्चन टाइम ऑफ विड्रॉल इज गिवन एंड इंटरस्ट इज चार्जेबल एज पर एनम। सो वी हैव कंसीडर करना पएगा सानू टाइम फैक्टर नू, और असी किस तरह लगावांगे इंटरस्ट। अमाउंट ऑफ विड्रॉल 5,000 8,000 10,000 जिमें जिमें अमाउंट विड्रॉल हुई है 5,000 8,000 एंड 10,000। टाइम ऑफ यूज़ फस्ट विड्रॉल देखो कदों की 1 अप्रैल नूं। यूज़ उसने कितना टाइम ये पैसा किया टिल 31 मार्च तक। कितना टाइम उसने यूज़ किया, पूरा 1 साल यूज़ कर लिया। सो इत्थे असी की लिखना है 12 मंथ। नैक्सट विड्रॉल वो कर रहा है 1 अगस्त नूं। 1 अगस्त तो लैके 31 मार्च तक ये पैसा उन्हें कितना टाइम यूज़ किया, 8 महीने यूज़ कर लिया। नैक्सट मनी जो है 10,000 उसने विड्रॉल की, इसनों इन्हें कितना टाइम यूज़ किया, 31 दिसंबर नूं पैसा विड्रॉ हो रहा, 31 मार्च तक 3 मंथ यूज़ होएगा। फिर असी प्रोडक्ट कैलकुलेट करना है, ए मल्टीप्लाई बी। ए की सी विड्रॉल, बी की है साडा टाइम। असी दोनों नूं आपस दे विच की है इन्हां नूं मल्टीप्लाई कर देंगे। साडे कोल ये अमाउंट आ गई, इसका टोटल आ गया। हुण टोटल ऑफ द ड्राइंग मल्टीप्लाई रेट ऑफ इंटरस्ट। 1 महीने का इंटरस्ट जिहड़ा साडे फॉर्मूले दे विच आया सी जदों मैं तुहानूं प्रोडक्ट मैथड जिहड़ा है करवाया। 1 महीने की एवरेज इत्थे इंटरस्ट असी कैलकुलेट कर लांगे। सो कितना आया है 1283 अप्रॉक्स। इस तरह असी प्रोडक्ट मैथड नूं जिहड़ा है यूज़ कर सकते हैं। नैक्सट है क्वेश्चन साडे कोल ई विड्रो 50,000 ड्यूरिंग द ईयर। 50,000 ड्यूरिंग द ईयर, और ड्यूरिंग द ईयर का की मतलब होंदा है, पहला असी डिस्कस किया है। रेट ऑफ इंटरस्ट 10% पर एनम। हुण देखो ड्यूरिंग द ईयर है तो असी इसनूं की यूज़ किया सी, टाइम फैक्टर जिहड़ा है इसनूं असी कैलकुलेट तो करनांगे, इसनूं असी कंसीडर करके चलांगे। बट ड्यूरिंग द ईयर है सो इसनूं असी मिडल ऑफ द ईयर यूज़ करांगे। सो इत्थे असी जो ड्राइंग कढनी है वो
6 ਮੰਥ ਦੀ ਕੱਢਣੀ ਆ। ਹੋਰ ਇਸ ਕੁਐਸਚਨ 'ਚ ਕੋਈ ਚੇਂਜ ਨਹੀਂ ਹੈ। 50,000 टोटल अमाउंट आ गई, रेट ऑफ इंटरस्ट एप्लीकेबल हो गया, 6 महीने का इंटरस्ट कैलकुलेट कर लिया 2500। ठीक है जी। नैक्सट क्वेश्चन है साडा एफ विड्रॉ कर रहा 5000 पर मंथ 5000 इन द बिगनिंग ऑफ एवरी मंथ। हर एक महीने की पहली तरीक नूं पैसा जो है विड्रॉ हो रहा। रेट ऑफ इंटरस्ट 10% पर एनम है। ਇੱਥੇ ਅਸੀਂ ਇੰਟਰਸਟ ਕਿਵੇਂ ਕੈਲਕੂਲੇਟ ਕਰਾਂਗੇ? ਦੇਖੋ ਸਪੈਸੀਫਿਕ ਮੈਥਡ ਇੱਥੇ ਅਸੀਂ ਯੂਜ਼ ਕਰ ਲਾਂਗੇ ਕਿਉਂਕਿ ਸਾਡੇ ਕੋਲ ਮੰਥ ਵੀ ਰੈਗੂਲਰ ਹੋ ਰਹੇ ਆ, ਅਮਾਊਂਟ ਵੀ ਸਾਡੇ ਕੋਲ ਰੈਗੂਲਰ ਹੈ। ਸੋ ਇੱਥੇ ਕੀ ਆ, ਸਾਡਾ ਫਾਰਮੂਲਾ ਕੀ ਸੀ ਅਗਰ ਸਪੈਸੀਫਿਕ ਮੈਥਡ ਅਸੀਂ ਯੂਜ਼ ਕਰਦੇ ਹਾਂ ਤਾਂ ਟੋਟਲ ਡਰਾਇੰਗ ਪਹਿਲਾਂ ਤਾਂ ਕੱਢੀਏ ਵੀ ਕਿਵੇਂ ਕੱਢਾਂਗੇ। ਕਿੰਨੀ ਵਾਰ ਡਰਾਇੰਗ ਨਿਕਲ ਰਹੀ ਹੈ? ਪਰ ਮੰਥ ਕਢਾ ਰਿਹਾ, ਫਸਟ ਡੇ ਨੂੰ ਕਢਾ ਰਿਹਾ। 12 ਵਾਰ ਡਰਾਇੰਗ ਨਿਕਲੂਗੀ। ਪਹਿਲੀ ਵਾਰ ਅਪ੍ਰੈਲ ਨੂੰ ਨਿਕਲੂਗੀ, ਲਾਸਟ ਵਾਰ 30 ਜਿਹੜਾ ਸਾਡਾ ਲਾਸਟ ਮੰਥ ਹੈ ਮਾਰਚ, ਉਸ ਦੀ ਫਸਟ ਡੇ ਨੂੰ ਨਿਕਲੇਗੀ ਕਿਉਂਕਿ ਕੀ ਲਿਖਿਆ ਇਨ ਦਾ ਬਿਗਨਿੰਗ ਆਫ ਐਵਰੀ ਮੰਥ। 1 ਅਪ੍ਰੈਲ, 1 ਮਈ, 1 ਜੂਨ, 1 ਜੁਲਾਈ, 1 ਅਗਸਤ, 1 ਸਤੰਬਰ, ਅਕਤੂਬਰ, 1 ਨਵੰਬਰ, 1 ਦਸੰਬਰ, 1 ਜਨਵਰੀ, 1 ਫੈਬਰਵਰੀ, 1 ਮਾਰਚ। ਸੋ 12 ਡਰਾਇੰਗਸ ਇੱਥੇ ਸਾਡੀਆਂ ਜਿਹੜੀਆਂ ਹੈ ਉਹ ਕੈਲਕੂਲੇਟ ਹੋ ਜਾਣਗੀਆਂ। 12 ਮਲਟੀਪਲਾਈ 5000 ਤਾਂ ਟੋਟਲ ਡਰਾਇੰਗ ਕਿੰਨੀ ਆ ਗਈ 60000। ਹੁਣ 60000 ਮਲਟੀਪਲਾਈ ਰੇਟ ਆਫ ਇੰਟਰਸਟ ਮਲਟੀਪਲਾਈ ਐਵਰੇਜ ਪੀਰੀਅਡ ਕਿਵੇਂ ਕੱਢਾਂਗੇ? ਉਹਦਾ ਫਾਰਮੂਲਾ ਕੀ ਸੀ? ਟਾਈਮ ਲੈਫਟ ਆਫਟਰ ਫਸਟ ਵਿਡਰੋਲ ਪਲੱਸ ਟਾਈਮ ਲੈਫਟ ਆਫਟਰ ਲਾਸਟ ਵਿਡਰੋਲ। ਪਹਿਲੀ ਵਿਡਰੋਲ ਕਦੋਂ ਹੋਈ ਹੈ? 1 ਅਪ੍ਰੈਲ ਨੂੰ ਹੋਈ ਹੈ। ਲਾਸਟ ਵਿਡਰੋਲ ਕਦੋਂ ਹੋਈ ਆ? 1 ਮਾਰਚ ਨੂੰ ਹੋਈ ਹੈ। 1 ਅਪ੍ਰੈਲ ਤੋਂ ਬਾਅਦ ਟਾਈਮ ਕਿੰਨਾ ਬਚਿਆ? 31 ਮਾਰਚ ਤੱਕ ਮੈਂ ਦੱਸਿਆ ਸੀ ਕਾਊਂਟ ਕਰਨਾ ਹੈ। ਕੰਪਲੀਟ 12 ਮੰਥ ਬਚਦੇ ਆ। ਸੋ ਇੱਥੇ ਅਸੀਂ ਕੀ ਲਿਆ 12 ਲੈ ਲਿਆ। ਉਸ ਤੋਂ ਬਾਅਦ ਲਾਸਟ ਵਿਡਰੋਲ ਕਦੋਂ ਹੋਈ ਹੈ? 1 ਮਾਰਚ ਨੂੰ ਹੋਈ ਹੈ। 31 ਮਾਰਚ ਤੱਕ ਟਾਈਮ ਕਿੰਨਾ ਬਚਦਾ ਹੈ? 1 ਮੰਥ ਬਚਦਾ ਹੈ। 12 + 1 13 ਡਿਵਾਈਡ 2 6.5। ਸੋ ਇਸ ਦਾ ਐਵਰੇਜ ਪੀਰੀਅਡ ਕਿੰਨਾ ਆਇਆ 6.5 ਡਿਵਾਈਡ ਬਾਈ 12 ਤਾਂ ਸਾਡੇ ਕੋਲ ਰੇਟ ਆਫ ਇੰਟਰਸਟ ਸਾਡਾ ਇੰਟਰਸਟ ਕਿੰਨਾ ਕੈਲਕੂਲੇਟ ਹੋ ਗਿਆ 3250। ਕਲੀਅਰ ਜੀ। ਨੈਕਸਟ ਕੁਐਸਚਨ ਹੈ 5000 ਪਰ ਮੰਥ ਵਿਡਰॉ ਹੋ ਰਿਹਾ, ਮਿਡਲ ਆਫ ਐਵਰੀ ਮੰਥ ਹੋ ਰਿਹਾ, ਹਰੇਕ ਮਹੀਨੇ ਦੀ 15 ਤਰੀਕ ਨੂੰ, ਲੇਕਿਨ 12 ਵਾਰ ਡਰਾਇੰਗ ਨਿਕਲੇਗੀ। 12 × 5 ਟੋਟਲ ਡਰਾਇੰਗ ਤਾਂ ਉਹੀ 60000 ਹੀ ਰਹੇਗੀ। ਰੇਟ ਆਫ ਇੰਟਰਸਟ ਵੀ ਸਾਡੇ ਕੋਲ ਗਿਵਨ ਹੈ। ਹੁਣ ਸਾਡੀ ਕਹਾਣੀ ਆ ਜਾਂਦੀ ਹੈ ਐਵਰੇਜ ਪੀਰੀਅਡ ਤੇ ਕਿ ਉਹਨੂੰ ਅਸੀਂ ਕੈਲਕੂਲੇਟ ਕਿਵੇਂ ਕਰਨਾ। ਟਾਈਮ ਲੈਫਟ ਆਫਟਰ ਫਸਟ ਵਿਡਰੋਲ 15 ਅਪ੍ਰੈਲ ਨੂੰ ਪੈਸਾ ਕਢਾਇਆ ਸੀ, ਪਹਿਲੇ 15 ਦਿਨ ਤਾਂ ਨਿਕਲ ਗਏ। 31 ਮਾਰਚ ਤੱਕ ਕਿੰਨਾ ਟਾਈਮ ਬਚਿਆ? ਫਿਰ 11.5 ਮਹੀਨੇ ਬਚੇ। 11.5 ਪਲੱਸ ਕੀਤਾ ਲਾਸਟ ਵਿਡਰੋਲ ਤੋਂ ਬਾਅਦ ਕਿੰਨਾ ਟਾਈਮ ਬਚਿਆ? ਲਾਸਟ ਵਿਡਰੋਲ ਕਦੋਂ ਹੋਈ? 15 ਮਾਰਚ ਨੂੰ ਹੋਈ, 15th of ਮਾਰਚ ਨੂੰ ਲਾਸਟ ਵਿਡਰੋਲ। ਸੋ 31 ਮਾਰਚ ਤੱਕ ਕਿੰਨਾ ਟਾਈਮ ਬਚਿਆ? ਹਾਫ ਮੰਥ ਬਚਿਆ। ਸੋ ਉਹ ਹਾਫ ਇਹਦੇ ਵਿੱਚ ਅਸੀਂ ਐਡ ਕਰ ਦਿੱਤਾ। 11.5 + ਹਾਫ 12 ਡਿਵਾਈਡ ਬਾਈ 2 6। ਸੋ ਇਹ 6 ਸਾਡਾ ਕੀ ਹੈ ਇੱਥੇ ਐਵਰੇਜ ਪੀਰੀਅਡ ਹੈ। ਜੋ ਇਹਨੂੰ ਅਸੀਂ ਇੰਟਰਸਟ ਕੈਲਕੂਲੇਟ ਕਰਾਂਗੇ 60000 ਦਾ 10% ਤਾਂ 6000 ਆਏਗਾ। 6000 ਦਾ ਅਸੀਂ ਐਵਰੇਜ ਪੀਰੀਅਡ ਨਾਲ ਕੈਲਕੂਲੇਟ ਕਰ ਲਿਆ, ਸਾਡਾ ਇੰਟਰਸਟ 3000 ਆ ਜਾਏਗਾ। ਕਲੀਅਰ ਹੈ ਜੀ। ਨੈਕਸਟ ਕੁਐਸਚਨ ਹੈ ਸਾਡੇ ਕੋਲ ਐਚ ਵਿਡਰੋ ਕਰ ਰਿਹਾ 5000 ਪਰ ਮੰਥ ਐਟ ਦੀ ਐਂਡ ਆਫ ਐਵਰੀ ਮੰਥ। ਹੁਣ ਇਹ ਜੋ ਹੈ ਮੰਥ ਦੇ ਐਂਡ ਤੇ ਕਢਵਾ ਰਿਹਾ ਪੈਸਾ। ਫਸਟ ਵਿਡਰੋ ਕਦੋਂ ਹੋਏਗਾ? 30th ਅਪ੍ਰੈਲ ਨੂੰ। ਲਾਸਟ ਵਿਡਰੋਲ ਕਦੋਂ ਹੋਏਗੀ? 31 ਮਾਰਚ ਨੂੰ। ਹੁਣ ਦੇਖੋ ਟੋਟਲ ਡਰਾਇੰਗ ਤਾਂ ਤੁਸੀਂ ਕੰਸੀਡਰ ਕਰ ਹੀ ਲਓਗੇ, ਤੁਹਾਨੂੰ ਪਤਾ ਹੀ ਹੈ ਕਿਵੇਂ ਕੱਢਣੀ ਹੈ। ਟੋਟਲ ਡਰਾਇੰਗ ਤਾਂ ਸਾਡੇ ਕੋਲ 60000 ਪਈ ਹੈ। ਰੇਟ ਆਫ ਇੰਟਰਸਟ ਵੀ ਸਾਨੂੰ ਅਪਲਾਈ ਕਰਨਾ ਆਉਂਦਾ ਹੈ। ਸਟੋਰੀ ਹੈ ਕਿ ਅਸੀਂ ਐਵਰੇਜ ਪੀਰੀਅਡ ਕਿਵੇਂ ਕੈਲਕੂਲੇਟ ਕਰਨੇ ਆ। ਐਟ ਦੀ ਐਂਡ ਆਫ ਮੰਥ ਹੈ ਤਾਂ ਅਪ੍ਰੈਲ ਦਾ ਮਹੀਨਾ ਤਾਂ ਨਿਕਲ ਗਿਆ। ਅਪ੍ਰੈਲ ਤੋਂ ਲੈ ਕੇ ਹੁਣ 1 ਮਈ ਤੋਂ ਲੈ ਕੇ ਅਸੀਂ 31 ਮਾਰਚ ਤੱਕ ਟਾਈਮ ਕਾਊਂਟ ਕਰਨਾ ਹੈ ਤਾਂ ਬਚਣਗੇ ਸਾਡੇ ਕੋਲ 11 ਮੰਥ। ਲਾਸਟ ਵਿਡਰੋਲ ਹੋਇਆ 31 ਮਾਰਚ ਨੂੰ, ਸੋ ਉਹਦੇ ਪਿੱਛੇ ਕੀ ਬਚਿਆ 0। 11 + 0 ਡਿਵਾਈਡ ਬਾਈ 2 ਤਾਂ ਕਿੰਨਾ ਆ ਜਾਏਗਾ 5.5। ਤਾਂ ਇਹ ਸਾਡਾ ਐਵਰੇਜ ਪੀਰੀਅਡ ਆ ਗਿਆ। ਇਸ ਦੇ ਨਾਲ ਅਸੀਂ ਇੰਟਰਸਟ ਨੂੰ ਮਲਟੀਪਲਾਈ ਕੀਤਾ, ਸਾਡੀ ਅਮਾਊਂਟ ਕਿੰਨੀ ਆਏਗੀ
2750। ਹੁਣ ਇਹ 6000 ਕਿੱਥੋਂ ਆਇਆ? 60,000 ਦਾ 10% ਜਦੋਂ ਅਸੀਂ ਕੈਲਕੂਲੇਟ ਕਰਾਂਗੇ ਤਾਂ ਉਹ ਕਿੰਨਾ ਆ ਜਾਏਗਾ? 6000 ਆ ਜਾਏਗਾ। ਕਲੀਅਰ। ਨੈਕਸਟ ਕੁਐਸਚਨ, ए विड्रॉ कर रहा है 15,000 रेगुलरली ऑन फर्स्ट डे ऑफ एवरी क्वार्टर। देखो इथों सीक्वेंस चेंज हो गया, क्वार्टर बेस आ गया। पहला साडा मंथली बेस निकल रही सी ड्राइंग, हुण क्वार्टरली बेस आ गई। एक साल के अंदर किन्ने क्वार्टर होणगे? 4 क्वार्टर, क्योंकि 3 महीनों की क्लिपिंग जो होंदी है क्वार्टर दे विच आंदी है। अप्रैल, मई, जून, जुलाई, अगस्त, सितंबर, अक्तूबर, नवंबर, दसंबर। लास्ट क्वार्टर जनवरी, फरवरी, मार्च। 3 महीने का जो है मंथ का ग्रुप होएगा वो एक क्वार्टर कहलाता है। हरेक क्वार्टर की फस्ट डे नूं पैसा विड्रॉ हो रहा। पहली विड्रॉल कदों होएगी? 1 अप्रैल नूं। अप्रैल, मई, जून निकल गई। 1 जुलाई नूं। जुलाई, अगस्त, सितंबर निकल गया। 1 अक्तूबर नूं। अक्तूबर, नवंबर, दसंबर निकल गया। लास्ट विड्रॉल 1 जनवरी में होएगी। पहली विड्रॉल 1 अप्रैल नूं, लास्ट विड्रॉल 1 जनवरी में होएगी। क्लीयर। 4 बार ड्राइंग जिहड़ी है इत्थे निकलनी है, क्योंकि क्वार्टर कढ़ा रहा एक साल च 4 क्वार्टर होंदे आ, सो 4 बार विड्रॉल होएगी। असी 15,000 नूं 4 नाल मल्टीप्लाई करांगे, टोटल ड्राइंग आ जाएगी साडी। रेट ऑफ इंटरस्ट लग गया साडा, और रेट ऑफ इंटरस्ट ये मल्टीप्लाई किया तो 6000 साडा हजे इंटरस्ट बन रहा, लेकिन एवरेज पीरियड हजे असीं लगाना है। तो फस्ट विड्रॉल तो बाद कितना टाइम बचिया सी? 1 अप्रैल तो 31 मार्च तक कंप्लीट 12 मंथ बचते हैं। लास्ट विड्रॉल कदों हुई? 1 जनवरी नूं हुई। 1 जनवरी तो 31 मार्च तक कितना टाइम बचता है? 3 महीने बचते हैं। तो 12 + 3 15 डिवाइड बाय 2 कितना आ गया? 7.5 डिवाइड बाय 12 करांगे, साडा एवरेज पीरियड है, साडा टोटल इंटरस्ट कैलकुलेट हो जाएगा। नेक्स्ट क्वेश्चन, बी विड्रॉ 15,000 रेगुलरली ऑन द लास्ट डे ऑफ एवरी क्वार्टर। हम देखो क्वार्टर का लास्ट अप्रैल, मई, जून च निकलेगी, जून एंड ते। क्लीयर। अप्रैल, मई, जून, जून एंड ते। जुलाई, अगस्त, सितंबर दूसरी, सितंबर एंड ते। अक्तूबर, नवंबर, दसंबर तीसरी, दसंबर एंड ते। जनवरी, फरवरी, मार्च तो 4th लास्ट ड्राइंग जो है वो कदों निकलेगी? 31 मार्च को निकलेगी। सो पहली विड्रॉल 3 महीनों तो बाद निकल रही है। सो एवरेज पीरियड जो असी काउंट करना है, देखो इत्थे तक प्रोसैस बिल्कुल सेम है जो असी लास्ट क्वेश्चन देखा, बिल्कुल सेम है। एवरेज पीरियड ही बदल रहे हैं सिर्फ। हुण इत्थे एवरेज पीरियड साडा कितना आएगा? फस्ट विड्रॉल तो बाद टाइम कितना बचा? फस्ट विड्रॉल पहले 3 महीनों तो बाद हुई है, सो उहदे पिछे सिर्फ 9 मंथ बचते हैं। लास्ट विड्रॉल 31 मार्च नूं होएगी, सो उहदे पिछे की बचा? 0। 31 मार्च तो बाद कोई टाइम पीरियड नहीं बचता। डिवाइड बाय 2, सो एवरेज पीरियड कितना निकलिया? 4.5। डिवाइड बाय 12 करांगे, साडा इंटरस्ट कैलकुलेट हो जाएगा। क्लियर। नैक्सट पॉइंट है साडा, ए विड्रॉ 15,000 रेगुलरली इन द मिडल ऑफ एवरी क्वार्टर। देखो इसनू ड्यूरिंग द क्वार्टर भी लिखा जा सकता है, ये भी लैंग्वेज इस आती है, मिडल ऑफ एवरी क्वार्टर या ड्यूरिंग द क्वार्टर। तो असीं इसनू की अज्यूम करते हैं? सो वी विल मिडल डेट ऑफ मिडल मंथ ऑफ एवरी क्वार्टर। देखो क्वार्टर का पहला तो मिडल मंथ लो, जिमें कि अप्रैल, मई, जून 3 महीने की क्वार्टर। इन्हां दा मिडल मंथ की बनता है? अप्रैल, मई। मई इन्हां दा मिडल मंथ है, उस दी भी मिडल डेट लैनी पऊगी आपां नूं, मतलब कि 15 मई। तुसी नोट कर सकते हो नाल नाल इस चीज़ नूं कि अप्रैल, मई, जून दा मिडल मंथ मई हो गया, और मई दी भी मिडल डेट जो होएगी उसनूं असीं उठाना है। सो 15 मई नूं पहली ड्राइंग निकलेगी। उस तो बाद जून तक कंप्लीट हो गया फस्ट क्वार्टर, जुलाई, अगस्त, सितंबर, इन्हां तीनों महीनों का मिडल मंथ अगस्त, उस दी मिडल डेट 15 अगस्त। सैकेंड विड्रॉल कदों होएगी? 15
अगस्त ਨੂੰ ਹੋਏਗੀ। ਸਤੰਬਰ ਤੱਕ ਕੰਪਲੀਟ, ਅਕਤੂਬਰ, ਨਵੰਬਰ, ਦਸੰਬਰ 3 ਮਹੀਨੇ। ਇਹਨਾਂ ਦਾ ਮਿਡਲ ਮੰਥ ਕੀ ਹੋ ਗਿਆ? ਨਵੰਬਰ। ਉਸ ਦਾ ਮਿਡਲ ਡੇਟ ਕੀ ਹੋ ਗਈ? 15th of ਨਵੰਬਰ। ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਲਾਸਟ ਕੁਆਟਰ, ਜਨਵਰੀ, ਫੈਬਰਰੀ, ਮਾਰਚ। ਤਿੰਨਾਂ ਦਾ ਜੋ ਮਿਡਲ ਮੰਥ ਹੈ ਫੈਬਰਰੀ, ਉਸ ਦੀ ਮਿਡਲ ਡੇਟ 15th ਔਰ 14th ਵਟਐਵਰ। ਸੋ ਉਹ ਆਪਣੀ ਮਿਡਲ ਡੇਟ ਹੈ। ਸੋ ਇਸ ਤਰ੍ਹਾਂ ਆਪਾਂ ਜੋ ਹੈ ਇਸ ਦੀ ਕੈਲਕੂਲੇਸ਼ਨ ਕਰਨੀ ਹੈ। ਜਦੋਂ ਫਸਟ ਵਿਡਰੋਲ ਨਿਕਲੀ ਤਾਂ ਉਦੋਂ ਟਾਈਮ ਕੀ ਸੀ? 15th of ਮਈ। 15th of ਮਈ। ਕਿੰਨਾ ਟਾਈਮ ਨਿਕਲ ਚੁੱਕਿਆ ਪਹਿਲਾਂ ਹੀ? ਅਪ੍ਰੈਲ ਦਾ ਪੂਰਾ ਮਹੀਨਾ ਨਿਕਲ ਚੁੱਕਿਆ, ਮਈ ਦਾ ਹਾਫ। ਸੋ ਇੱਥੇ ਕੀ ਬਚਿਆ ਸਾਡੇ ਕੋਲ? ਟਿਲ 31 ਮਾਰਚ ਤੱਕ 10.5 ਮੰਥ। ਲਾਸਟ ਵਿਡਰੋਲ ਕਦੋਂ ਹੁੰਦੀ ਹੈ? 15th of ਫੈਬਰਰੀ। ਉੱਥੋਂ 31 ਮਾਰਚ ਤੱਕ ਟਾਈਮ ਕਿੰਨਾ ਬਚਦਾ ਸਾਡੇ ਕੋਲ? 1.5 ਮੰਥ, ਕਿਉਂਕਿ ਹਾਫ ਮੰਥ ਫੈਬਰਰੀ ਦਾ ਔਰ ਕੰਪਲੀਟ ਮੰਥ ਬਚ ਰਿਹਾ ਮਾਰਚ ਦਾ। 1.5 ਮੰਥ ਡਿਵਾਈਡ ਬਾਏ 2 ਤਾਂ ਇਸ ਦੀ ਐਵਰੇਜ ਹੋ ਜਾਏਗੀ। ਐਵਰੇਜ ਕਿੰਨਾ ਆਏਗਾ ਸਾਡੇ ਕੋਲ? 6। ਸੋ ਅਸੀਂ ਜਿੰਨਾ ਇੰਟਰਸਟ ਕੱਢਾਂਗੇ 6/12 ਕਰ ਲਾਂਗੇ ਅਸੀਂ, ਸਾਡਾ ਟੋਟਲ ਇੰਟਰਸਟ ਜਿਹੜਾ ਹੈ ਉਹ ਕੈਲਕੂਲੇਟ ਹੋ ਜਾਏਗਾ। ਕਲੀਅਰ? ਨੈਕਸਟ ਕੁਐਸਚਨ ਹੈ, A ਵਿਡਰੋ ਕਰ ਰਿਹਾ 30,000 ਰੈਗੂਲਰਲੀ ਔਨ ਫਸਟ ਡੇ ਆਫ ਐਵਰੀ 6 ਮੰਥ। ਹੁਣ ਇੱਥੇ ਟਰੈਕ ਫਿਰ ਚੇਂਜ ਹੋ ਗਿਆ, ਹਾਫ ਈਅਰ ਟਰੈਕ ਤੇ ਆ ਗਿਆ ਕਿ ਹੁਣ ਸਾਡੇ ਸਾਲ ਨੂੰ 2 ਪਾਰਟ 'ਚ ਡਿਵਾਈਡ ਕਰ ਲਿਆ, ਪਹਿਲੇ 6 ਮਹੀਨੇ, ਅਗਲੇ 6 ਮਹੀਨੇ। ਅਗਰ ਉਹ ਫਸਟ ਡੇ ਆਫ 6 ਮੰਥ ਕਢਵਾ ਰਿਹਾ, ਮਤਲਬ ਕਿ ਫਸਟ ਵਿਡਰੋਲ ਨਿਕਲੇਗੀ 1 ਅਪ੍ਰੈਲ ਨੂੰ। ਨੈਕਸਟ ਵਿਡਰੋਲ ਕਦੋਂ ਨਿਕਲੇਗੀ? 6 ਮਹੀਨੇ ਕ੍ਰਾਸ ਕਰ ਜੋ, ਕਦੋਂ ਹੋਏਗਾ? ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਤੋਂ ਨੈਕਸਟ 6 ਮੰਥ ਸਟਾਰਟ ਹੋਣਗੇ। ਸੋ ਨੈਕਸਟ ਡਰਾਇੰਗ ਕਦੋਂ ਨਿਕਲ ਰਹੀ ਹੈ? 1 ਅਕਤੂਬਰ ਨੂੰ ਨਿਕਲ ਰਹੀ ਹੈ। ਕੀ ਲਿਖਿਆ ਇਸਨੇ? 30,000 ਰੈਗੂਲਰਲੀ ਔਨ ਦਾ ਫਸਟ ਡੇ ਆਫ ਐਵਰੀ 6 ਮੰਥ ਕਢਵਾ ਰਿਹਾ, ਤਾਂ ਅਸੀਂ ਇਸ ਨੂੰ ਕਿਵੇਂ ਕੈਲਕੂਲੇਟ ਕਰਨਾ? ਦੇਖੋ ਸਪੈਸੀਫਿਕ ਅਮਾਊਂਟ ਜਿਹੜੀ ਹੈ ਨਿਕਲ ਰਹੀ ਹੈ ਸਾਡੇ ਕੋਲ, ਹਾਫ ਈਅਰਲੀ ਨਿਕਲ ਰਿਹਾ, ਤਾਂ ਡਰਾਇੰਗ ਜਿਹੜੀ ਹੈ 2 ਵਾਰ ਨਿਕਲੇਗੀ ਇਸ 'ਚ। ਟੋਟਲ ਡਰਾਇੰਗ ਕਿੰਨੀ ਹੋ ਜਾਏਗੀ ਸਾਡੀ? 60,000 ਹੋ ਜਾਏਗੀ। ਐਵਰੇਜ ਪੀਰੀਅਡ ਅਸੀਂ ਜਦੋਂ ਫਸਟ ਵਾਰ ਵਿਡਰੋਲ ਕਰਾਈ ਹੈ, ਮਤਲਬ 1 ਅਪ੍ਰੈਲ ਨੂੰ ਕਢਾਈ ਹੈ, 31 ਮਾਰਚ ਤੱਕ ਸਾਡੇ ਕੋਲ ਕੰਪਲੀਟ 12 ਮੰਥ ਬਚਦੇ ਸੀ। ਦੂਸਰੀ ਡਰਾਇੰਗ ਕਦੋਂ ਨਿਕਲਦੀ ਆ? 1 ਅਕਤੂਬਰ ਨੂੰ ਨਿਕਲਦੀ ਹੈ। 1 ਅਕਤੂਬਰ ਤੋਂ ਲੈ ਕੇ 31 ਮਾਰਚ ਤੱਕ ਸਾਡੇ ਕੋਲ 6 ਮੰਥ ਬਚਦੇ ਆ। 12 + 6 18 ਡਿਵਾਈਡ ਟੂ 9। 9 ਸਾਡਾ ਇੱਥੇ ਕੀ ਹੈ? ਐਵਰੇਜ ਪੀਰੀਅਡ ਹੈ। ਇੰਟਰਸਟ ਅਸੀਂ ਕਿਵੇਂ ਕੈਲਕੂਲੇਟ ਕਰਾਂਗੇ? 60,000 ਮਲਟੀਪਲਾਈ 10/100 ਕੀ ਆ ਜਾਏਗਾ? 6,000। 6,000 ਨੂੰ ਮਲਟੀਪਲਾਈ ਕਰ ਦਾਂਗੇ ਐਵਰੇਜ ਪੀਰੀਅਡ ਨਾਲ, 9/12 ਨਾਲ, ਸਾਡੇ ਕੋਲ ਜੋ ਹੈ ਇੰਟਰਸਟ ਕੈਲਕੂਲੇਟ ਹੋ ਜਾਏਗਾ। ਨੈਕਸਟ ਹੈ ਸਾਡੇ ਕੋਲ ਕੁਐਸਚਨ, A ਵਿਡਰੋ ਕਰ ਰਿਹਾ 30,000 ਰੈਗੂਲਰਲੀ ਔਨ ਦਾ ਲਾਸਟ ਡੇ ਆਫ ਐਵਰੀ 6 ਮੰਥ। ਲਾਸਟ ਡੇ ਆਫ ਐਵਰੀ 6 ਮੰਥ ਮਤਲਬ ਪਹਿਲੀ ਜੋ ਡਰਾਇੰਗ ਹੈ ਉਹ ਕਦੋਂ ਨਿਕਲ ਰਹੀ ਹੈ? ਸਤੰਬਰ ਐਂਡ ਤੇ ਨਿਕਲ ਰਹੀ ਹੈ। ਔਰ ਦੂਸਰੀ ਡਰਾਇੰਗ ਕਦੋਂ ਨਿਕਲੇਗੀ? 31 ਮਾਰਚ ਤੇ ਨਿਕਲੇਗੀ। ਜਦੋਂ ਫਸਟ ਡਰਾਇੰਗ ਕਢਾਈ ਤਾਂ ਪਹਿਲੇ 6 ਮਹੀਨੇ ਨਿਕਲ ਗਏ, ਜਦੋਂ ਲਾਸਟ ਡਰਾਇੰਗ ਕਢਾਈ ਤਾਂ ਉਹਦੇ ਪਿੱਛੇ ਕੁਝ ਬਚੇ ਨਹੀਂ। ਸੋ ਐਵਰੇਜ ਪੀਰੀਅਡ ਕਿਵੇਂ ਕੈਲਕੂਲੇਟ ਕਰਨਾ ਹੈ? ਡਰਾਇੰਗ ਦੀ ਅਮਾਊਂਟ ਸੇਮ ਹੈ, 30,000 ਕਢਵਾਈ ਗਈ, 2 ਵਾਰ ਨਿਕਲੀ ਹੈ, 60,000 ਅਮਾਊਂਟ ਆ ਗਈ। 10% ਅਸੀਂ ਕੈਲਕੂਲੇਟ ਕਰਨਾ ਹੈ, 6,000 ਇੰਟਰਸਟ ਸਾਡਾ ਹਜੇ ਬਣ ਰਿਹਾ। ਐਵਰੇਜ ਪੀਰੀਅਡ ਅਸੀਂ ਇਹਦੇ ਨਾਲ ਮਲਟੀਪਲਾਈ ਕਰਨਾ, ਉਹ ਕਿਵੇਂ ਕੱਢਾਂਗੇ? ਟਾਈਮ ਲੈਫਟ ਆਫਟਰ ਫਸਟ ਵਿਡਰੋਲ। ਜਦੋਂ ਫਸਟ ਵਿਡਰੋਲ ਕਰਾਈ, ਕਦੋਂ ਕਰਵਾਈ? 30 ਸਤੰਬਰ ਨੂੰ ਕਰਾਈ, ਤਾਂ ਉਸ ਤੋਂ ਲੈ ਕੇ 31 ਮਾਰਚ ਤੱਕ ਸਾਡਾ ਟਾਈਮ ਪੀਰੀਅਡ ਕਿੰਨਾ ਬਣਦਾ ਹੈ? 31 ਮਾਰਚ ਤੱਕ ਟਾਈਮ ਕਿੰਨਾ ਬਚੂਗਾ? 6 ਮੰਥ ਬਚਣਗੇ। ਲਾਸਟ ਵਿਡਰੋਲ ਕਦੋਂ ਨਿਕਲ ਰਹੀ ਹੈ? 31 ਮਾਰਚ ਨੂੰ ਨਿਕਲ ਰਹੀ ਹੈ। ਸੋ ਉਹਦੇ ਪਿੱਛੇ ਦਾ ਕੋਈ ਟਾਈਮ ਬਚ ਹੀ ਨਹੀਂ ਰਿਹਾ, 0। 6 + 0 6 ਡਿਵਾਈਡ ਟੂ 3। ਸੋ ਇੱਥੇ ਅਸੀਂ 3 ਮੰਥ ਦੀ ਜੋ ਐਵਰੇਜ ਪੀਰੀਅਡ ਹੈ ਉਸ ਨੂੰ ਕਾਊਂਟ ਕਰਾਂਗੇ ਔਰ ਸਾਡਾ ਇੰਟਰਸਟ ਜੋ ਹੈ 1500 ਕੈਲਕੂਲੇਟ ਹੋ ਜਾਏਗਾ। ਕਲੀਅਰ? ਨੈਕਸਟ ਕੁਐਸਚਨ ਹੈ ਸਾਡਾ, A ਵਿਡਰੋ ਕਰ ਰਿਹਾ 5,000 ਪਰ ਮੰਥ। A ਵਿਡਰੋ 5,000 ਪਰ ਮੰਥ
रेट ऑफ इंटरस्ट इज़ 10% पर एनम। देखो इस क्वेश्चन दे अंदर जो है पर मंथ तो लिखिया, बट वो पर मंथ की डेट नहीं सानू दिती कि क्या वो बिगनिंग ऑफ मंथ कढ़वा रहा, क्या वो मिडल ऑफ मंथ कढ़वा रहा, या वो एट द एंड ऑफ मंथ कढ़वा रहा, सानू नहीं पता। तो इत्थे असी की लैके चलते हाँ, इत्थे असी मिडल डे लैके चलांगे, क्योंकि जदों सानू उसने लिखिया कि उन्हें पूरे साल की एक सानू कॉम्प्रीहेंसिवली ड्राइंग लमसा अमाउंट दे दी कि 50,000 कराई साल के दौरान किते भी कढ़ाई, तो उसनों असी हाफ ईयर लैके चलते हैं, कंसीडर करते हैं इन द मिडल ऑफ ईयर समवेयर। लेकिन इत्थे सानू की है मंथली कढ़वा रहा, लेकिन टाइम नहीं दे रहा, सानू डेट नहीं दे रहा, सो असी की अज्यूम करांगे मिडल ऑफ मंथ यूज़ कर लांगे। सो मिडल ऑफ मंथ यूज़ करांगे तो साडा जिहड़ा एवरेज पीरियड है वो कितना निकलूगा, जदों 15 ऑफ अप्रैल नूं निकली ड्राइंग तो उस तो बाद टाइम पीरियड बचिया 11.5। लास्ट विड्रॉल कदों निकली है 15 ऑफ मार्च नूं, तो पिछे की बचिया हाफ 11.5 प्लस हाफ 12 हो गए, डिवाइड 2 किया 6 मंथ। सो जिथे सानू टाइम पीरियड एग्जैक्टली नहीं दिता जाता उत्थे असी हाफ ईयर जिहड़ी है इंटरस्ट है वो कैलकुलेट करते हैं। इस क्वेश्चन च भी असी जिहड़ा हाफ ईयर इंटरस्ट है वही कैलकुलेट किया 60,000 मल्टीप्लाई 10/100 मल्टीप्लाई 6/12। क्लीयर है जी। ये लास्ट क्वेश्चन अपना हुण थोड़ा जिहा टिपिकल है, जिहदे अंदर की है पैटर्न चेंज कर रहा है, इक्को ही परसन एक साल के अंदर अलग अलग पैटर्न नाल ड्राइंग कढ़वाएगा तो की होगा। जिमें 4,000 विड्रॉ होया इन द फर्स्ट डे ऑफ एवरी मंथ, इफेक्ट फ्रॉम 1 ऑफ मई, स्टार्ट कदों कर रहा ड्राइंग कढ़वानी 1 मई नूं। चंगी तरह नोट करके इस क्वेश्चन नूं कढ़ना है क्योंकि क्वेश्चन थोड़ा जिहा डिफिकल्ट है। 1 मई 2016 तो स्टार्ट कर रहा फॉर 4 मंथ्स ओनली, मतलब पहली विड्रॉल जो है सिर्फ 4 महीने ਲਈ कढ़वा रहा। किन्नी कढ़वा रहा हो 4,000 मल्टीप्लाई 4 करांगे तो टोटल विड्रॉल टोटल ड्राइंग साडे कोल किन्नी आ जाएगी 16,000 मल्टीप्लाई रेट ऑफ इंटरस्ट सानू कॉमन दिता होया 9%, असी यूज़ कर लिया। एवरेज पीरियड असी काउंट करने हैं, देखो 4 महीने ਲਈ ही कढ़वाया, चाहे रेगूलर अमाउंट निकली है, असी इसनूं स्पैसीफिक मैथड च लैके जा सकते हैं। जदों उसने फस्ट विड्रॉल कढ़ाई 1 ऑफ मई नूं तो 31 मार्च तक कितना टाइम बचदा सी, 1 महीना विचों हटा दिए तो कितना बचिया 11। लास्ट विड्रॉल उसने कदों कढ़ाई, जदों कि इस तो 4 मंथ कंप्लीट कर लो, मई तो स्टार्ट कर रहा, मई जून जुलाई अगस्त, मतलब कि अगस्त दी फस्ट डे नू ड्राइंग विड्रॉ करा रहा। अगस्त तो लैके 31 मार्च तक टाइम काउंट कर लो, कितना बनता है, दैट इज़ 8 मंथ। 11 + 8 19 डिवाइड 2 9.5। सो इसनों इंटरस्ट कितना निकल जाएगा 1140। कैलकुलेशन तुसी करके देख सकते हो। नैक्सट फिर उस तो बाद वो की कर रहा, फ्रॉम सैप्टंबर ऑनवर्ड, अगस्त तक उसने फस्ट डे नूं कराया सी, सैप्टंबर तो बाद उन्हें पैटर्न की चेंज किया 6,000 पर मंथ इन द मिडल ऑफ एवरी मंथ टिल कदों तक के ड्राइंग कढ़वा रहा दिसंबर 2016 तक। हुण असी सैप्टंबर तो काउंट करना शुरू करिए, सैप्टंबर अक्तूबर नवंबर दिसंबर 4 मंथ वो हाफ डे नूं ड्राइंग जिहड़ी है विड्रॉ कर रहा, हाफ ऑफ द मंथ कढ़वा रहा। सैप्टंबर के मिडल च ड्राइंग निकलेगी तो 31 मार्च तक कितना टाइम बचेगा, अक्तूबर पूरा नवंबर पूरा दिसंबर पूरा, लास्ट के 3 महीने 6.5। उस तो बाद की है जो लास्ट विड्रॉल हुई वो कदों हुई, सैप्टंबर अक्तूबर नवंबर दिसंबर 30 जिहड़ा साडा 15 ऑफ दिसंबर नूं वो लास्ट विड्रॉ करा रहे हैं, तो लास्ट 3 मंथ एज इट इज़ पे और दिसंबर के 15 दिन पे। सो इत्थे साडे कोल 3.5 पे।
ਜਦੋਂ ਅਸੀਂ ਇਸ ਨੂੰ ਪਲੱਸ ਕੀਤਾ 6.5 प्लस 3.5 इज इक्वल टू 5/12 डिवाइड बाय 2 करांगे, इसकी एवरेज कढ़ांगे तो 5 मंथ आएंगे। टोटल इंटरस्ट साडा कितना बन जाएगा इत्थे 900। फिर उस तो बाद वो की कर रहा, फिर उसने 10,000 लंप सम अमाउंट कढ़वाई 1 फैबररी को। हुण ये सिंपल है, 1 फैब नूं कढ़ाया पैसा, कितना टाइम वरत्या, फैबररी मंथ पूरा वरत्या और मार्च पूरा वरत्या। सो 10,000 के उपर असी 2 मंथ का जो है इंटरस्ट कैलकुलेट कर लेंगे। 2 मंथ का इंटरस्ट कितना आएगा 150 आएगा। फिर उसने की किया लास्ट 31 मार्च को 5,000 विड्रॉ किए। देखो 31 मार्च को विड्रॉ करूँगा तो ये उपर इंटरस्ट नहीं लगूगा, क्योंकि इत्थे साडा फाइनैशियल ईयर ऑलरेडी क्लोज हो चुका है। सो साडा टोटल जो इंटरस्ट बनता है वो इन्हां तीनों अमाउंट्स का बनता है कि फर्स्ट टाइम जो कढ़वाई सी उहदे उपर इंटरस्ट बनया सी 1140, नैक्सट टाइम जो कढ़ाया सी उहदे उपर कितना बनया 900, थर्ड के उपर 150, टोटल करांगे तो इंटरस्ट कितना बनता है 2190। ठीक है जी, ये साडे क्वेश्चन सी इंटरस्ट ऑन ड्राइंग के उपर, जिन्ने क कॉम्प्रीहेंसिवली क्वेश्चन हरेक मैथड दे नाल लिंक करते आ। कोशिश की मैं कि वो सारे क्वेश्चन तुहानूं एक बार करवा दा। इस तो बाद तुसीं अलग अलग ऑथर्स की बुक तुहाडे कोल जो भी है तुसीं उसके क्वेश्चनस करन दी ट्राई करनी है। अगर उन्हां दे विच कोई नवा क्वेश्चन या कुछ इस तरह का है जो असीं नहीं समझ आंदा सानूं जां असीं नहीं कीता, तां ओह तुसीं मैनूं पुछ सकदे हो, उसनूं भी आपां ट्राई कर लांगे। ठीक है जी, सो थैंक्स फॉर वॉचिंग, कीप सपोर्टिंग, सब्सक्राइब एंड शेयर द चैनल फॉर द नेक्स्ट अपडेट। थैंक्स।